ਇਸ ਸ਼ਬਦ ਦੇ ਭਾਵ ਨੂੰ ਤੁਸੀਂ ਸਮਝ ਲਓ। ਤੁਹਾਨੂੰ ਆਪਣੀ ਮੂਲ ਸਮੱਸਿਆ ਦਾ ਪਤਾ ਲੱਗ ਸਕਦਾ ਹੈ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਰਹਾਉ। ਐਸਾ ਇੱਕ ਭਰਮ ਪੈ ਗਿਆ, ਭੁਲੇਖਾ ਪੈ ਗਿਆ ਵੀ ਜੈਸਾ ਅਸੀਂ ਦੇਖ ਲਿਆ, ਮੰਨ ਲਿਆ, ਵੈਸਾ ਹੈ ਨਹੀਂ। ਜਿਵੇਂ ਇਵੇਂ ਸਮਝ ਲਵੋ, ਪੁਰਾਤਨ ਸਮੇਂ ਦੇ ਵਿੱਚ ਜਾਗਰਤ ਪੁਰਸ਼ ਇੱਕ ਪ੍ਰਮਾਣ ਦਿਆ ਕਰਦੇ ਸਨ। ਹਨੇਰੇ ਦੇ ਵਿੱਚ ਤੁਰੇ ਜਾਂਦਿਆਂ ਨੂੰ ਰਸਤੇ ਦੇ ਵਿੱਚ ਰੱਸੀ ਪਈ ਹੋਈ ਹੈ ਤੇ ਤੁਸੀਂ ਦੇਖਿਆ, ਤੁਹਾਡੇ ਅੰਦਰ ਇੱਕ ਸੱਪ ਦਾ ਖਿਆਲ ਤੇ ਹੈ ਹੀ। ਤੁਸੀਂ ਉਸ ਰੱਸੀ ਨੂੰ ਦੇਖ ਕੇ ਸੱਪ ਦਾ ਖਿਆਲ ਕਰ ਲਿਆ ਵੀ ਹੋ ਨਾ ਹੋ ਸੱਪ ਹੋਵੇ। ਫਿਰ ਤੁਸੀਂ ਜਦੋਂ ਗੌਰ ਨਾਲ ਦੇਖਦੇ ਹੋ, ਹਨੇਰੇ ਵਿੱਚ ਸਾਫ਼-ਸਾਫ਼ ਤੇ ਦਿਖਾਈ ਨਹੀਂ ਦੇ ਰਹੀ ਹੈ। ਤੁਸੀਂ ਫਿਰ ਕਲਪਨਾ ਕਰ ਲੈਂਦੇ ਹੋ ਵੀ ਸੱਪ ਹੀ ਹੈ। ਜਿੰਨਾ ਧਿਆਨ ਨਾਲ ਦੇਖਦੇ ਹੋ, ਓਨੀ ਹੀ ਕਲਪਨਾ ਮਜ਼ਬੂਤ ਹੁੰਦੀ ਰਹਿੰਦੀ ਹੈ ਵੀ ਸੱਪ ਹੀ ਹੈ। ਫਿਰ ਹਵਾ ਦੇ ਵਿੱਚ ਥੋੜ੍ਹੀ ਥੋੜ੍ਹੀ ਰੱਸੀ ਹਿੱਲਦੀ ਵੀ ਹੈ ਅਤੇ ਤੁਸੀਂ ਪੱਕਾ ਕਰ ਲੈਂਦੇ ਹੋ ਵੀ ਸੱਪ ਹੀ ਹੈ, ਰੱਸੀ ਨਹੀਂ ਹੈ। ਤੁਸੀਂ ਡਰਦੇ ਹੋ ਅਤੇ ਦੂਰ ਤੋਂ ਬਚ ਬਚਾ ਕੇ ਰਸਤਾ ਛੱਡ ਕੇ ਨਿਕਲ ਜਾਂਦੇ ਹੋ ਅੱਗੇ। ਅਤੇ ਮੈਂ ਤੁਹਾਨੂੰ ਕਹਾਂ ਵੀ ਉਹ ਰਸਤੇ ਦੇ ਵਿੱਚ ਸੱਪ ਨਹੀਂ ਹੈ, ਇਹ ਰੱਸੀ ਹੈ। ਤੁਸੀਂ ਮੰਨੋਗੇ ਨਹੀਂ। ਤੁਸੀਂ ਕਹੋਗੇ ਵੀ ਅਸੀਂ ਅੱਖੀਂ ਦੇਖੀ ਹੈ, ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਏ ਹਾਂ, ਕਿਸੇ ਕੋਲ ਥੋੜ੍ਹਾ ਸੁਣਿਆ। ਅਤੇ ਅਸੀਂ ਮੰਨ ਹੀ ਨਹੀਂ ਸਕਦੇ ਵੀ ਰੱਸੀ ਨਹੀਂ ਹੈ, ਸੱਪ ਹੈ। ਅਸੀਂ ਹਿੱਲਦਾ ਵੀ ਦੇਖਿਆ। ਅਤੇ ਤੁਹਾਨੂੰ ਜਿੰਨਾ ਮਰਜ਼ੀ ਸਮਝਾਇਆ ਜਾਵੇ, ਪ੍ਰਮਾਣ ਦਿੱਤੇ ਜਾਣ, ਤੁਸੀਂ ਮੰਨੋਗੇ ਨਹੀਂ। ਤੁਸੀਂ ਕਹੋਗੇ ਨਹੀਂ, ਅਸੀਂ ਦੇਖਿਆ ਹੈ ਸੱਪ ਹੈ। ਪਰ ਦੀਵਾ ਜਗਾ ਕੇ ਫਿਰ ਤੁਹਾਨੂੰ ਨਾਲ ਜਾ ਕੇ ਦਿਖਾਇਆ ਜਾ ਸਕਦਾ ਹੈ ਵੀ ਸੱਪ ਨਹੀਂ, ਰੱਸੀ ਹੈ। ਇਵੇਂ ਹੀ ਤੁਹਾਡੇ ਅੰਦਰ ਹਨੇਰਾ ਹੈ ਅਤੇ ਬਾਹਰ ਤੇ ਦੀਵਾ ਦੂਸਰਾ ਜਗਾ ਕੇ ਤੁਹਾਨੂੰ ਨਾਲ ਲਿਜਾ ਕੇ ਦਿਖਾ ਸਕਦਾ ਹੈ, ਪਰ ਅੰਦਰ ਤੁਸੀਂ ਖੁਦ ਦੀਵਾ ਜਗਾਉਣਾ ਹੈ। ਦੀਵਾ ਜਗਾਉਣ ਦਾ ਤਰੀਕਾ ਦੱਸਦੇ ਹਨ ਪਰਮ ਪੁਰਖ। ਦੀਵਾ ਜਲੇ ਹਨੇਰਾ ਜਾਏ। ਤਾਂ ਹਨੇਰਾ ਜਦੋਂ ਅੰਦਰੋਂ ਜਾਵੇਗਾ ਨਾ, ਤਾਂ ਤੁਹਾਨੂੰ ਸਾਫ਼-ਸਾਫ਼ ਦਿਖਾਈ ਦੇਵੇਗਾ ਵੀ ਜਿਹੜੇ ਸੰਸਾਰ ਨੂੰ ਤੁਸੀਂ ਸੱਚ ਸਮਝ ਰਹੇ ਹੋ ਨਾ, ਉਹ ਸੱਚ ਨਹੀਂ ਹੈ। ਜਿਵੇਂ ਰੱਸੀ ਨੂੰ ਤੁਸੀਂ ਸੱਪ ਸਮਝ ਲਿਆ ਹਨੇਰੇ 'ਚ, ਇੱਦਾਂ ਹੀ ਸੰਸਾਰ ਨੂੰ ਤੁਸੀਂ ਸੱਚ ਸਮਝ ਰਹੇ ਹੋ ਅਗਿਆਨਤਾ ਵਿੱਚ, ਜਿਹਨੂੰ ਅਵਿਦਿਆ ਕਿਹਾ ਹੈ। ਤੁਸੀਂ ਕਹਿੰਦੇ ਹੋ ਆ ਸਾਡੇ ਬੱਚੇ, ਸਾਡਾ ਪਰਿਵਾਰ, ਸਾਡਾ ਘਰ, ਸਾਡੇ ਰਿਸ਼ਤੇਦਾਰ, ਤੁਸੀਂ ਦੇਖ ਰਹੇ ਹੋ, ਤੁਹਾਨੂੰ ਸੱਚ ਲੱਗ ਵੀ ਰਿਹਾ ਹੈ। ਤੁਸੀਂ ਕਹਿੰਦੇ ਹੋ, ਸੁਣਦੇ ਵੀ ਹੋ ਵੀ ਇਹ ਝੂਠ ਹੈ, ਅਸੱਤ ਹੈ, ਵਾਰ-ਵਾਰ ਕੂੜ ਹੈ। ਫਿਰ ਵੀ ਤੁਹਾਨੂੰ ਪ੍ਰਤੀਤੀ ਥੋੜ੍ਹੀ ਆਉਂਦੀ ਹੈ। ਪ੍ਰਤੀਤੀ ਓਨਾ ਚਿਰ ਨਹੀਂ ਆ ਸਕਦੀ ਜਿੰਨਾ ਚਿਰ ਤੁਸੀਂ ਖੁਦ ਨਾ ਦੇਖੋ। ਖਿਆਲ ਵਿੱਚ ਰੱਖੋ, ਜਿਵੇਂ ਇਹ ਸਿੰਘਾਸਨ 'ਤੇ ਸੁੱਤਾ ਹੋਇਆ ਸਮਰਾਟ
ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਜਿੰਨਾ ਚਿਰ ਇਹ ਜਾਗ ਕੇ ਦੇਖੇ ਨਾ ਉਹਨਾਂ ਚਿਰ ਇਹ ਸੱਚ ਥੋੜ੍ਹੀ ਸਮਝ ਸਕਦਾ ਹੈ ਮੈਂ ਸਮਰਾਟ ਹਾਂ। ਖਿਆਲ ਕਰੋ ਤੁਸੀਂ, ਅਗਰ ਇਹ ਸਾਰੀ ਜ਼ਿੰਦਗੀ ਸੁੱਤਾ ਹੀ ਰਵੇ ਰਾਜ ਮਹਿਲ ਦੇ ਵਿੱਚ ਉਸ ਸਿੰਘਾਸਨ 'ਤੇ ਸੁਪਨਾ ਦੇਖਦਾ ਰਵੇ ਭਿਖਾਰੀ ਦਾ, ਇਹਨੂੰ ਪਤਾ ਲੱਗੇਗਾ ਕਦੇ ਵੀ ਮੈਂ ਸਮਰਾਟ ਹਾਂ? ਅੰਤ ਸਮੇਂ ਤੁਸੀਂ ਇਹਦੇ ਕੋਲ ਪੁੱਛੋ, ਕਹੇਗਾ ਸਾਰੀ ਜ਼ਿੰਦਗੀ ਤਾਂ ਮੈਂ ਭੀਖ ਮੰਗਦਾ ਰਿਹਾ, ਤੁਸੀਂ ਮੈਨੂੰ ਸਮਰਾਟ ਕਿਵੇਂ ਸਮਝ ਲਏ? ਸਮਰਾਟ ਥੋੜ੍ਹੀ ਹਾਂ। ਇਵੇਂ ਹੀ ਹੋ ਰਿਹਾ ਹੈ। ਤੁਸੀਂ ਵੀ ਰੈਗੂਲਰ ਸਦਾ ਹੀ ਸੁਪਨੇ ਦੇ ਵਿੱਚ ਹੀ ਹੋ। ਰਾਤ ਨੂੰ ਦਿਨ ਦਾ ਸੁਪਨਾ ਭੁੱਲ ਜਾਂਦਾ ਹੈ ਅਤੇ ਇਸ ਸੁਪਨੇ ਦੇ ਵਿੱਚ ਹੋਰ ਸੁਪਨਾ ਪੈਦਾ ਹੋ ਜਾਂਦਾ ਹੈ, ਤੋ ਸੁਪਨੇ ਵਿੱਚ ਤੁਸੀਂ ਚਲੇ ਜਾਂਦੇ ਹੋ। ਉਹ ਰਾਤ ਦਾ ਟੁੱਟਦਾ ਹੈ ਅਤੇ ਦਿਨ ਦਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਰੈਗੂਲਰ ਸੁਪਨੇ ਦੇ ਵਿੱਚ ਹੋ। ਇਸ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈ ਵੀ ਤੁਸੀਂ ਜੋ ਦੇਖ ਰਹੇ ਹੋ ਵਾਸਤਵਿਕ ਨਹੀਂ ਹੈ, ਝੂਠ ਹੈ, ਅਸੱਤ ਹੈ। ਕਿਉਂਕਿ ਜਾਗੋਗੇ ਤਾਂ ਹੀ ਪਤਾ ਲੱਗੂਗਾ ਨਾ। ਹੁਣ ਇਹ ਸਮਰਾਟ ਜਾਗੇਗਾ, ਅੰਦਰ ਦੇਖੇਗਾ, ਤਾਂ ਹੀ ਪਤਾ ਲੱਗੇਗਾ ਵੀ ਮੈਂ ਸਮਰਾਟ ਹਾਂ, ਮੇਰੇ ਕੋਲ ਸਭ ਕੁਝ ਮੌਜੂਦ ਹੈ। ਫਿਰ ਇਹ ਜਿਹੜਾ ਸਾਮਰਾਜ ਹੈ ਇਹ ਤਾਂ ਖੋਇਆ ਵੀ ਜਾ ਸਕਦਾ ਹੈ, ਪਰ ਤੁਹਾਡੇ ਅੰਦਰ ਜਿਹੜਾ ਸਾਮਰਾਜ ਹੈ, ਸਿੰਘਾਸਨ ਹੈ, ਇਹ ਤਾਂ ਕੋਈ ਖੋ ਵੀ ਨਹੀਂ ਸਕਦਾ ਹੈ। ਤੁਹਾਡੇ ਕੋਲੋਂ ਅਗਰ ਮਿਲ ਜਾਵੇ ਤੁਹਾਨੂੰ, ਇਹਦੇ ਵਿੱਚ ਫਿਰ ਸਭ ਕੁਝ ਹੀ ਮੌਜੂਦ ਹੈ। ਅਤੇ ਇਸ ਸਿੰਘਾਸਨ ਦਾ ਇੱਕ ਪ੍ਰਤੀਕ ਵੀ ਬਾਹਰ ਬਣਾਇਆ ਹੋਇਆ ਹੈ, ਜਿਵੇਂ ਵਿਸ਼ਨ ਸ਼ੇਸ਼ ਨਾਗ ਦੀ ਸੇਜਾ ਦੇ ਉੱਤੇ ਪਾਏ ਹੋਏ ਹਨ ਅਤੇ ਲక్ష్ਮੀ ਉਹਨਾਂ ਦੇ ਪੈਰ ਦਬਾ ਰਹੀ ਹੈ, ਸੇਵਾ ਕਰ ਰਹੀ। ਉਹ ਇੱਕ ਪ੍ਰਤੀਕ ਹੈ ਵੀ ਅੰਦਰਲੇ ਸਿੰਘਾਸਨ 'ਤੇ ਜਿਹੜਾ ਬਿਰਾਜਮਾਨ ਹੋ ਜਾਂਦਾ ਹੈ ਨਾ, ਉਹ ਸੇਜਾ ਐਸੀ ਹੈ। ਪੁਰਾਣੇ ਸਮਿਆਂ 'ਚ ਗੱਦੇ ਨਹੀਂ ਸਨ ਅਤੇ ਸ਼ੇਸ਼ਨਾਗ ਬਹੁਤ ਪੋਲੀ ਸੇਜਾ ਹੈ ਅਤੇ ਸੇਵਾ ਕਰ ਰਹੀ ਹੈ ਲక్ష్ਮੀ ਮਾਇਆ। ਹਰ ਵਕਤ ਹਰ ਸਮੇਂ ਹਾਜ਼ਰ ਹੈ, ਸੇਵਾ ਦੇ ਵਿੱਚ ਮੌਜੂਦ ਹੈ। ਪਰ ਤੁਸੀਂ ਮੌਜੂਦ ਨਹੀਂ ਹੋ ਅੰਦਰ, ਆਪਣੇ ਘਰ, ਆਪਣੇ ਮਹਿਲ ਦੇ ਵਿੱਚ। ਉਹ ਲక్ష్ਮੀ ਅੰਦਰ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਵੀ ਆਓ ਤੁਸੀਂ, ਮੈਂ ਤੁਹਾਡੀ ਸੇਵਾ ਕਰਨ ਨੂੰ ਤਿਆਰ ਹਾਂ, ਪਰ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ। ਜਿਹ ਘਰ ਤੋਂ ਰਹਿਣਾ ਬਸਣਾ ਸੋ ਘਰ ਦਿਓ ਵਿਸਾਰ। ਤੁਸੀਂ ਉਹ ਜਿਹੜਾ ਅੰਦਰਲਾ ਘਰ ਹੈ ਨਾ, ਅੰਦਰਲਾ ਸਿੰਘਾਸਨ ਹੈ, ਅੰਦਰਲਾ ਮਹਿਲ ਹੈ, ਉਸ ਤੋਂ ਬਾਹਰ ਜਾ ਰਹੇ ਹੋ ਤੁਸੀਂ। ਅਤੇ ਬਾਹਰ ਤੁਸੀਂ ਭਟਕ ਗਏ ਅਤੇ ਦਰ ਦਰ ਭੀਖ ਮੰਗ ਰਹੇ ਹੋ ਸੁੱਖ ਵਾਸਤੇ, ਵੀ ਸੁੱਖ ਮਿਲ ਜਾਵੇ ਕਿਤੇ। ਅੱਠੇ ਪਹਿਰ ਤੁਹਾਨੂੰ ਚਿੰਤਾ ਲੱਗੀ ਰਹਿੰਦੀ ਹੈ ਆਪਣੀ। ਸੁੱਖਾਂ ਵਾਸਤੇ ਤੁਸੀਂ ਇੰਤਜ਼ਾਮ ਕਰਦੇ ਰਹਿੰਦੇ ਹੋ, ਸੋਚਦੇ ਰਹਿੰਦੇ ਹੋ। ਸਭ ਕੁਝ ਤੁਹਾਡੇ ਕੋਲ ਮੌਜੂਦ ਹੈ ਅੰਦਰ। ਅਛਤ ਰਾਜ ਬਿਛੁਰਤ ਦੁੱਖ ਪਾਇਆ ਸੋਗਤ ਭਈ ਹਮਾਰੀ। ਜਿਵੇਂ ਉਹ ਸਮਰਾਟ ਨੇ ਆਪਣਾ ਮਹਿਲ ਗਵਾ ਲਿਆ ਹੈ ਨਾ ਅਤੇ ਸੁਪਨੇ ਦੇ ਵਿੱਚ ਭਿਖਾਰੀ ਹੋ ਗਿਆ, ਤਿਵੇਂ ਹੀ ਤੁਸੀਂ ਆਪਣਾ ਅਛਤ ਰਾਜ ਜਿਹੜਾ ਸਦਾ ਹੀ ਰਹਿਣ ਵਾਲਾ, ਉਹਨੂੰ ਗਵਾ ਕੇ ਅਤੇ ਬਾਹਰ ਦੁੱਖ ਪਾ ਰਹੇ ਹੋ, ਭਟਕ ਰਹੇ ਹੋ। ਅਤੇ ਅਗਰ ਤੁਸੀਂ ਜਾਗ ਜਾਓ ਅੰਦਰੋਂ, ਅਤੇ ਅੰਦਰੋਂ ਜਾਗੋਗੇ, ਬਾਹਰੋਂ ਧਿਆਨ ਹਟਾ ਕੇ
ਜਦੋਂ ਜਾਣ ਲਵੋਗੇ ਵੀ ਇਹ ਸੁਪਨਾ ਸੁਪਨਾ ਹੈ, ਇਹ ਵਾਸਤਵਿਕ ਨਹੀਂ ਹੈ, ਇਹ ਝੂਠ ਹੈ, ਇਹ ਅਸੱਤ ਹੈ, ਇਹ ਛਲਾਵਾ ਹੈ, ਇਹ ਮਾਇਆ ਹੈ, ਤੇ ਤੁਸੀਂ ਇੱਧਰੋਂ ਧਿਆਨ ਹਟਾ ਦੇਵੋਗੇ। ਫਿਰ ਖਿਆਲ ਵਿੱਚ ਇਹ ਵੀ ਰੱਖਣਾ ਹੈ ਵੀ ਸੁਖਦਾਈ ਸੁਪਨਾ ਜਿਹੜਾ ਹੈ ਨਾ, ਉਹਦੇ ਵਿੱਚ ਛੇਤੀ ਨਹੀਂ ਆਦਮੀ ਜਾਗਦਾ ਹੈ। ਤੁਸੀਂ ਦੇਖਿਆ ਹੋਵੇਗਾ ਨਾ, ਰਾਤ ਨੂੰ ਤੁਹਾਨੂੰ ਸੁੱਖ ਦਾ ਸੁਪਨਾ ਆ ਰਿਹਾ ਹੋਵੇ ਤੇ ਛੇਤੀ ਜਾਗ ਨਹੀਂ ਆਉਂਦੀ ਹੋ, ਕਿਉਂਕਿ ਸੁਖਦਾਈ ਸੁਪਨਾ ਹੈ ਨਾ। ਦੁਖਦਾਈ ਸੁਪਨਾ ਆ ਰਿਹਾ ਹੋਵੇ, ਕੋਈ ਤੁਹਾਡੇ ਪਿੱਛੇ ਭੱਜ ਰਿਹਾ, ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਦੁਖਦਾਈ ਸੁਪਨਾ ਜਗਾ ਦਿੰਦਾ ਹੈ ਤੁਹਾਨੂੰ। ਇੱਦਾਂ ਹੀ ਸੰਸਾਰ ਦੇ ਵਿੱਚ ਦੁੱਖ ਜਗਾਉਂਦੇ ਹਨ, ਇਸ ਕਰਕੇ ਦੁੱਖ ਦਾਰੂ ਕਿਹਾ ਹੈ। ਸੁੱਖ ਰੋਗ ਪਿਆ, ਸੁੱਖ ਸਵਾਉਂਦੇ ਹਨ, ਪਰ ਸੁੱਖ ਹੀ ਆਦਮੀ ਮੰਗਦਾ ਹੈ, ਤੇ ਧਾਰਮਿਕ ਲੋਕ ਵੀ ਸੁੱਖ ਹੀ ਦੇ ਰਹੇ ਹਨ, ਸੁੱਖਾਂ ਵਾਸਤੇ ਹੀ ਅਰਦਾਸਾਂ ਕਰ ਰਹੇ ਹਨ ਧਾਰਮਿਕ ਸਥਾਨਾਂ 'ਤੇ। ਸੁੱਖ ਮਿਲੇ ਤੁਹਾਨੂੰ ਸੰਸਾਰ ਵਿੱਚ ਤਾਂ ਕਿ ਤੁਸੀਂ ਹੋਰ ਸੌਂ ਜਾਓ। ਤੇ ਦੁਖਦਾਈ ਸੁਪਨਾ, ਇਸੇ ਖਿਆਲ ਨੂੰ ਹੀ ਮੁੱਖ ਰੱਖ ਕੇ ਇੱਕ ਸਾਧਨਾ ਪੈਦਾ ਹੋਈ ਸੀ, ਤਪੱਸਰਿਆ। ਦੁੱਖ ਖੁਦ ਪੈਦਾ ਕਰਦਾ ਸੀ ਸਾਧਕ, ਤੇ ਜਾਗਦਾ ਸੀ। ਪਰ ਦੁੱਖ ਪੈਦਾ ਕਰਨ ਦੀ ਲੋੜ ਨਹੀਂ ਹੈ, ਦੁੱਖ ਵੈਸੇ ਹੀ ਕਾਫੀ ਹੈ ਸੰਸਾਰ ਵਿੱਚ। ਅਗਰ ਤੁਸੀਂ ਗੌਰ ਨਾਲ ਦੇਖੋ, ਸੁੱਖ ਕਿੱਥੇ ਹੈ? ਭੁਲੇਖਾ ਹੀ ਹੈ, ਖਿਆਲ ਹੀ ਹੈ ਸੁੱਖਾਂ ਦਾ। ਸੁੱਖ ਹੈ ਥੋੜ੍ਹੀ, ਤੇ ਫਿਰ ਅੱਗੇ ਤੋਂ ਅੱਗੇ ਦੁੱਖ ਵੱਧਦੇ ਜਾਂਦੇ ਹਨ ਜਿਵੇਂ ਜਿਵੇਂ ਉਮਰ ਵੱਧਦੀ। ਤੇ ਦੁੱਖ ਮੌਜੂਦ ਹਨ, ਤੇ ਦੁੱਖ ਜਗਾਉਂਦਾ ਹੈ। ਅਗਰ ਤੁਸੀਂ ਜਾਗਣ ਨੂੰ ਤਿਆਰ ਹੋਵੋ ਤੇ ਤੁਸੀਂ ਜਾਗ ਸਕਦੇ ਹੋ। ਪੁਰਾਤਨ ਸਮੇਂ ਦੇ ਵਿੱਚ ਜਿਹੜੇ ਫਕੀਰਾਂ ਕੋਲ ਸਾਧਕ ਰਹਿੰਦੇ ਸਨ, ਉਹਨਾਂ ਨੂੰ ਵੀ ਐਸੇ ਹੀ ਸਾਧਨਾ ਦੱਸਿਆ ਕਰਦੇ ਸਨ, ਜਿਹਦੇ ਵਿੱਚ ਬਹੁਤ ਕਸ਼ਟ ਹੁੰਦਾ ਸੀ, ਬਹੁਤ ਪੀੜਾ ਹੁੰਦੀ ਸੀ, ਤਾਂ ਕਿ ਸਾਧਕ ਜਾਗੇ। ਇੱਕ ਗੁਰਮੁਖ ਪਿਆਰੇ ਨੇ ਕਿਹਾ ਵੀ ਹੈ ਵੀ ਮੈਨੂੰ ਲੱਗਦਾ ਹੈ ਵੀ ਮੈਂ ਤੁਹਾਡੇ ਕੋਲ ਰਹਿ ਕੇ ਹੀ ਜਾਗ ਸਕਦਾ ਹਾਂ। ਤੇ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਫਕੀਰ ਸਨ ਨਾ, ਉਹ ਆਪਣੇ ਕੋਲ ਇੱਕ ਬਹੁਤ ਮੋਟਾ ਡੰਡਾ ਰੱਖਿਆ ਕਰਦੇ ਸਨ, ਤੇ ਜਦੋਂ ਕੋਈ ਸਾਧਕ ਸੌਣ ਲੱਗਦਾ, ਭਾਵ ਕਿ ਸੰਸਾਰ ਦੇ ਵਿਚਾਰਾਂ ਵਿੱਚ ਖੋਣ ਲੱਗਦਾ, ਸੰਸਾਰ ਬਾਰੇ ਸੋਚਣ ਲੱਗ ਜਾਂਦਾ, ਤੇ ਗੁਰੂ ਨੂੰ ਇੱਕਦਮ ਪਤਾ ਲੱਗ ਜਾਂਦਾ। ਉਹ ਫਿਰ ਡੰਡਾ ਮਾਰਦਾ ਉਹਦੇ ਸਿਰ ਦੇ ਵਿੱਚ ਵੀ ਸੌਣਾ ਨਹੀਂ, ਜਾਗਦੇ ਰਹੋ। ਉਹ ਸੁਚੇਤ ਕਰਦਾ ਰਹਿੰਦਾ। ਤੇ ਜਗਾਉਣ ਦੇ ਬਹੁਤ ਸਾਰੇ ਢੰਗ ਤਰੀਕੇ ਉਪਾਅ ਕੀਤੇ ਜਾਂਦੇ ਸਨ ਪੁਰਾਣੇ ਸਮੇਂ ਦੇ ਵਿੱਚ। ਐਸੇ ਹੁਣੇ ਵੀ ਕੀਤੇ ਜਾ ਸਕਦੇ ਹਨ, ਅਗਰ ਤੁਸੀਂ ਜਾਗਣ ਨੂੰ ਤਿਆਰ ਹੋ ਤਾਂ। ਖਿਆਲ ਵਿੱਚ ਰੱਖੋ, ਅਗਰ ਤੁਸੀਂ ਜਾਗਣ ਨੂੰ ਤਿਆਰ ਹੋ ਤਾਂ ਸਾਰੇ ਹੀ ਉਪਾਅ ਕੀਤੇ ਜਾ ਸਕਦੇ ਹਨ, ਜਿਹੜੇ ਤੁਹਾਨੂੰ ਜਗਾਉਣ ਵਿੱਚ ਸਹਿਯੋਗੀ ਹੋਣਗੇ। ਅਗਰ ਤੁਸੀਂ ਜਾਗਣ ਨੂੰ ਤਿਆਰ ਹੋ ਤਾਂ ਖਿਆਲ ਵਿੱਚ ਰੱਖੋ, ਕਿਉਂਕਿ ਸੰਸਾਰ ਦੀ ਜਿਹੜੀ ਨੀਂਦ ਹੈ ਨਾ, ਜਿਹਦੇ ਵਿੱਚ ਤੁਸੀਂ ਸੁੱਤੇ ਹੋਏ ਹੋ, ਬਹੁਤ ਗਹਿਰੀ ਹੈ। ਇਹ ਬੜੀ ਮੋਹਣੀ ਹੈ ਨੀਂਦ।
ਤੇ ਆਦਮੀ ਕਈ ਵਾਰ ਥੋੜ੍ਹਾ ਜਿਹਾ ਜਾਗਣ ਦੀ ਕੋਸ਼ਿਸ਼ ਵੀ ਕਰਦਾ ਹੈ, ਫਿਰ ਸੌਂ ਜਾਂਦਾ ਹੈ। ਤੇ ਅਗਰ ਤੁਸੀਂ ਜਾਗਣਾ ਚਾਹੁੰਦੇ ਹੋ, ਖਿਆਲ ਵਿੱਚ ਰੱਖੋ, ਉਸ ਸਿੰਘਾਸਨ ਨੂੰ ਪਾਉਣਾ ਚਾਹੁੰਦੇ ਹੋ ਜਿਹੜਾ ਤੁਹਾਡੇ ਅੰਦਰ ਹੈ, ਵਾਸਤਵਿਕ ਸੱਚ ਦਾ ਸਿੰਘਾਸਨ, ਤੇ ਝੂਠੇ ਸੁਪਨੇ ਨੂੰ ਛੱਡਣਾ ਚਾਹੁੰਦੇ ਹੋ। ਜੈਸੇ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਇਹ ਸੰਸਾਰ ਦੇ ਸੁਪਨੇ ਨੂੰ ਛੱਡਣਾ ਚਾਹੁੰਦੇ ਹੋ ਤੇ ਜਾਗਣਾ ਚਾਹੁੰਦੇ ਹੋ ਵਾਸਤਵਿਕ ਦੇ ਵਿੱਚ, ਤੇ ਤੁਸੀਂ ਜਾਗਰਤ ਪੁਰਸ਼ ਨੂੰ ਦੇਖ ਕੇ ਵੀ ਜਾਗ ਸਕਦੇ ਹੋ। ਉਹਨੂੰ ਜਾਗਦੇ ਹੋਏ ਦੇਖ ਕੇ ਵੀ ਤੁਹਾਡੇ ਅੰਦਰ ਜਾਗਰਣ ਆ ਸਕਦਾ ਹੈ। ਤੇ ਅੰਦਰੋਂ ਜਾਗਣਾ ਹੈ। ਅੰਦਰੋਂ ਜਾਗੋਗੇ ਤਾਂ ਹੀ ਤੁਸੀਂ ਉਹਨੂੰ ਜਾਣੋਗੇ ਜਿਹੜਾ ਅੰਦਰ ਹੈ। ਕਹਿੰਦੇ ਹੈ ਨਾ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤੂ ਉਹ ਆਪਣੀ ਲਹਿ। ਅੰਦਰੋਂ ਜਾਗੋਗੇ ਤਾਂ ਹੀ ਤੁਸੀਂ ਉਹ ਸਾਬਤ ਵਸਤੂ ਨੂੰ ਪਹਿਚਾਣੋਗੇ, ਉਸ ਸਿੰਘਾਸਨ ਨੂੰ ਜਿਹੜਾ ਤੁਹਾਡੇ ਅੰਦਰ ਹੈ। ਤੇ ਬਾਹਰੋਂ ਅੱਖ ਬੰਦ ਕਰੋਗੇ, ਬਾਹਰੋਂ ਧਿਆਨ ਹਟਾਓਗੇ, ਬਾਹਰ ਨੂੰ ਛੱਡੋਗੇ ਤਾਂ ਤੁਸੀਂ ਅੰਦਰ ਦੇ ਪ੍ਰਤੀ ਜਾਗੋਗੇ। ਖਿਆਲ ਵਿੱਚ ਰੱਖੋ, ਇਹੋ ਹੀ ਵਾਰ-ਵਾਰ ਕਿਹਾ ਜਾ ਰਿਹਾ ਹੈ। ਬਹੁਤ ਢੰਗ ਤਰੀਕੇ ਦੇ ਨਾਲ ਇੱਕੋ ਹੀ ਗੱਲ ਕਹੀ ਜਾ ਰਹੀ ਹੈ। ਸੰਸਾਰ ਨੂੰ ਝੂਠ, ਅਸੱਤ, ਮਿਥਿਆ, ਕੂੜ ਇਸੇ ਕਰਕੇ ਕਿਹਾ ਜਾ ਰਿਹਾ ਹੈ ਵੀ ਇਹ ਵਾਸਤਵਿਕ ਨਹੀਂ ਹੈ, ਸੁਪਨਾ ਹੈ। ਪਰ ਤੁਸੀਂ ਸੁਪਨਾ ਸ਼ੁਰੂ ਤੋਂ ਦੇਖ ਰਹੇ ਹੋ, ਤੁਹਾਨੂੰ ਸੁਪਨਾ ਲੱਗ ਨਹੀਂ ਰਿਹਾ ਹੈ। ਜਾਗੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਇਹ ਸੁਪਨਾ ਸੀ, ਫਿਰ ਤੁਸੀਂ ਹੱਸੋਗੇ। ਤੇ ਜਿਹੜਾ ਜਾਗ ਜਾਂਦਾ ਹੈ ਨਾ, ਤੋ ਸਦਾ ਵਾਸਤੇ ਹੀ ਜਾਗ ਜਾਂਦਾ ਹੈ। ਜਾਗਤ ਰਹੇ ਨ ਕਬਹੂ ਸੋਵੈ, ਤੀਨ ਲੋਕ ਸਮਾਧ ਪਲੋਵੈ। ਉਹਦੀ ਫਿਰ ਤਿੰਨਾਂ ਲੋਕਾਂ ਦੇ ਵਿੱਚ ਸਮਾਧੀ ਲੱਗ ਜਾਂਦੀ ਹੈ ਜਿਹੜਾ ਜਾਗ ਜਾਂਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਲ ਜਾਗਦਾ। ਤੇ ਪਰਮਾਤਮਾ ਤੇ ਸਾਰੀ ਜਗ੍ਹਾ ਹੀ ਹੈ ਨਾ।